ਅੱਜ ਦੀ ਜਿਹੜੀ ਵੀਡੀਓ ਆ ਇਹ ਬਸ ਸੈਕੰਡ ਪਾਰਟ ਆ। ਆਪਾਂ ਜਿਹਦੇ ਵਿੱਚ ਪਰਮਾਤਮਾ ਦੀ ਪਹਿਲੀ ਵੀਡੀਓ 'ਚ ਗੱਲ ਕੀਤੀ ਸੀ, ਮਾੜਾ ਜਿਹਾ ਸਮਰੀ ਦੇ ਦਾਂ ਉਹਦੀ ਥੋੜੀ ਜਿਹੀ ਓਵਰਆਲ ਵੀਡੀਓ ਆ। ਮੈਂ ਆਪਾਂ ਕਿਹਾ ਸੀਗਾ ਜਦੋਂ ਵੀ ਇੱਕ ਸ਼ਬਦ ਜੇ ਆਪਾਂ ਪੂਰੇ ਪਹਿਰੇ ਦੇ ਵਿੱਚ ਇੱਕ ਸ਼ਬਦ ਲੋੜ ਤੋਂ ਵੱਧ ਰਿਪੀਟ ਹੋਇਆ ਹੋਵੇ, ਜਾਂ ਕਿਸੇ ਬੁੱਕ ਦੇ ਵਿੱਚ ਜਾਂ ਕਿਸੇ ਪੂਰੀ ਉਹਦੇ ਵਿੱਚ ਕਈ ਸ਼ਬਦ ਲੋੜ ਤੋਂ ਵੱਧ ਰਿਪੀਟ ਹੋਣਾ ਸੀ, ਉਹਦੇ ਗਲਤ ਮਤਲਬ ਕੱਢ ਲਈਏ ਤਾਂ ਪੂਰੇ ਦੇ ਪੂਰੇ ਜਿਹੜੇ ਬੁੱਕਾਂ ਜਾਂ ਪੂਰੇ ਪਹਿਰਾ ਲਾ ਲਓ ਤਾਂ ਉਹਦੇ ਭਾਵ ਅਰਥ ਚੇਂਜ ਹੋ ਜਾਂਦੇ ਆ। ਉਹਦੀਆਂ ਮੈਂ ਐਗਜ਼ਾਮਪਲਾਂ ਵੀ ਦਿੱਤੀਆਂ ਸੀਗੀਆਂ ਨਾ। ਤੇ ਹੁਣ ਦੂਜੇ ਪਾਰਟ 'ਚ ਮੈਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਜਿਹੜਾ ਵੀ ਆਪਾਂ ਜਿਵੇਂ ਕਿਹਾ ਸੀਗਾ ਵੀ ਗੁਰੂ ਗ੍ਰੰਥ ਸਾਹਿਬ ਜਿਹੜਾ ਪੂਰਾ ਦਾ ਪੂਰਾ ਸਮਰਪਿਤ ਆ, ਉਹ ਪਰਮਾਤਮਾ ਨੂੰ ਸਮਰਪਿਤ ਆ ਨਾ। ਉਹਨਾਂ ਨੇ ਦੱਸਿਆ ਪਰਮਾਤਮਾ ਦੇ ਕਦੇ ਵੀ ਦੱਸਿਆ ਪਰਮਾਤਮਾ ਕੀ ਆ, ਉਸ ਤੋਂ ਬਾਅਦ ਇਹ ਦੱਸਿਆ ਵੀ ਪਰਮਾਤਮਾ ਦੀ ਸਾਡੀ ਜ਼ਿੰਦਗੀ ਦੇ ਵਿੱਚ ਹਨਾ ਕੀ ਇੰਪੋਰਟੈਂਸ ਆ। ਇੱਕ ਤਾਂ ਪਰਮਾਤਮਾ ਕੀ ਆ, ਪਹਿਲੇ ਸਾਨੂੰ ਇਹ ਸਮਝਣਾ ਪੈਣਾ, ਫਿਰ ਉਸ ਤੋਂ ਬਾਅਦ ਸਮਝਣਾ ਪੈਣਾ ਉਸ ਦੀ ਪ੍ਰੈਕਟੀਕਲੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਇੰਪੋਰਟੈਂਸ ਆ। ਉਸ ਤੋਂ ਬਗੈਰ ਅਸੀਂ ਰਹਿ ਸਕਦੇ ਹਾਂ ਨਹੀਂ ਰਹਿ ਸਕਦੇ। ਉਹਨਾਂ ਨੇ ਅਲੱਗ-ਅਲੱਗ ਤਰੀਕੇ ਨਾਲ ਵਿਆਖਿਆ ਕੀਤੀ ਵੀ ਉਹਦੀ ਪਰਮਾਤਮਾ ਦੀ ਸਾਡੀ ਜ਼ਿੰਦਗੀ 'ਚ ਇੰਪੋਰਟੈਂਸ ਕੀ ਆ। ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਅਲੱਗ-ਅਲੱਗ ਤਰੀਕਿਆਂ ਨਾਲ ਵੀ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਤਰੀਕੇ ਦੱਸੇ ਆ ਹਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਵਾ ਵੀ ਜਿਹੜਾ ਕਾਨੂੰਨ ਮੰਨਣਾ ਚਾਹੀਦਾ, ਮਨੁੱਖੀ ਕਾਨੂੰਨ ਹੋਣਾ ਚਾਹੀਦਾ, ਉਹ ਵੀ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਜਿਹੜੇ ਪਰਮਾਤਮਾ ਜਿਵੇਂ ਕਹਦੀਏ ਕੁਦਰਤ ਦਾ ਵਰਤਾਰਾ ਵਾ, ਉਹਦੇ ਸੁਭਾਅ ਨੂੰ ਸਮਝ ਕੇ ਹੀ ਜਿਹੜਾ ਮਨੁੱਖੀ ਕਾਨੂੰਨ ਹੋਣਾ ਚਾਹੀਦਾ ਉਹਦੇ ਆਧਾਰ ਤੇ ਬਣਨਾ ਚਾਹੀਦਾ ਹਨਾ। ਚਲੋ ਅਲੱਗ-ਅਲੱਗ ਵਿਸ਼ਿਆਂ ਨੂੰ ਲੈ ਕੇ ਮਤਲਬ ਪਰਮਾਤਮਾ ਮੇਨ ਧੌਰਾ ਜਿਹਦੇ ਨਾਲ ਬਾਕੀ ਦੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ ਹਨਾ। ਤਾਂ ਆਪਾਂ ਪਹਿਲੇ ਅੱਜ ਗੱਲ ਕਰਾਂਗੇ ਪਰਮਾਤਮਾ ਕਹਿੰਦੇ ਕਿਹਨੂੰ ਆ। ਵੀ ਜੇ ਅਸੀਂ ਪਰਮਾਤਮਾ ਸ਼ਬਦ ਨੂੰ ਚੰਗੀ ਤਰ੍ਹਾਂ ਸਮਝੇ ਨਹੀਂ ਨਾ, ਇਹਦੀ ਪ੍ਰੈਕਟੀਕਲ ਸੈਂਸ ਨੂੰ ਸਮਝਣਾ ਬਹੁਤ ਜ਼ਰੂਰੀ ਆ। ਕਿਉਂਕਿ ਅਸੀਂ ਜਿਹੜਾ ਪਰਮਾਤਮਾ ਸਮਝਦੇ ਆ ਉਹ ਸਾਡੇ ਦਿਮਾਗ ਦੇ ਵਿੱਚ ਕੋਈ ਅਲੱਗ ਜੀ ਚੀਜ਼ ਆ ਜਿਹਨੂੰ ਅਸੀਂ ਸਮਝਣਾ ਮਤਲਬ ਸਾਨੂੰ ਲੱਗਦਾ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਹੀ ਨਹੀਂ ਹੈਗਾ, ਵੀ ਉਹ ਤਾਂ ਕੋਈ ਹੋਰ ਹੀ ਚੀਜ਼ ਬਾਰੇ ਗੱਲ ਆ, ਉਹਨੂੰ ਤਾਂ ਬਹੁਤ ਤਪ ਕਰਕੇ ਮਤਲਬ ਪ੍ਰਾਪਤ ਕਰਨਾ ਪੈਂਦਾ ਹਨਾ। ਐ ਜੋ ਆਪਣੇ ਦਿਮਾਗ 'ਚ ਇਮੇਜ ਬਣੀ ਹੋਈ ਆ। ਤਾਂ ਆਪਾਂ ਮਤਲਬ ਕਰ ਕੀ ਰਹੇ ਬੇਸਿਕਲੀ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਜਪਜੀ ਸਾਹਿਬ ਦੇ ਵਿੱਚ ਪਰਮਾਤਮਾ ਦੀ ਵਿਆਖਿਆ ਕੀਤੀ, ਆਪਾਂ ਨੂੰ ਚੰਗੀ ਤਰ੍ਹਾਂ ਘੋਖਣਾ ਅੱਜ ਦਾ ਸੈਕੰਡ ਟੌਪਿਕ ਦੇ ਵਿੱਚ। ਤਾਂ ਉਹਨਾਂ ਨੇ ਕਿਹਾ ਸੀਗਾ ਵੀ ਪਰਮਾਤਮਾ ਕੀ ਆ, ਵੀ ਉਹ ਸਤਨਾਮ, ਏਕ ਓਂਕਾਰ ਸਤਨਾਮ ਹਨਾ। ਸਤਨਾਮ ਦਾ ਮਤਲਬ ਵੀ ਉਹ ਸੱਚਾ ਵਾ, ਉਹੀ ਸੱਚਾ ਨਾਮ, ਜਿਹਨੂੰ ਆਪਾਂ ਸਰਲ ਵਿਆਖਿਆ ਕਰਾਂਗੇ ਹਨਾ। ਸੱਚਾ ਨਾਮ ਦਾ ਮਤਲਬ ਸੱਚ ਕੀ ਹੁੰਦਾ? ਸੱਚ ਉਹ ਹੁੰਦਾ, ਸਤ ਮਤਲਬ ਸੱਚ, ਨਾਮ ਮਤਲਬ ਨਾਮ ਹਨਾ। ਸੱਚ ਉਹ ਹੁੰਦਾ ਵੀ ਜਿਹੜਾ ਕਦੇ ਵੀ ਜਿਹਨੂੰ ਮਿਟਾਇਆ ਨਾ ਜਾ ਸਕੇ। ਜਿਵੇਂ ਆਪਾਂ ਕਦੇ ਉੱਤਰ ਚਲੇ ਜਾਈਏ, ਦੱਖਣ ਚਲੇ ਜਾਈਏ ਹਨਾ, ਹਰ ਜਗ੍ਹਾ ਤੇ ਜਿਵੇਂ ਮੈਂ ਕਹਿੰਦਾ ਸੱਚ ਕੀ ਆ ਵੀ ਮੈਂ ਸਾਹ ਤੋਂ ਬਗੈਰ ਨਹੀਂ, ਮਨੁੱਖ ਸਾਹ ਤੋਂ ਬਗੈਰ ਨਹੀਂ ਰਹਿ ਸਕਦਾ, ਠੀਕ ਆ। ਚਾਹੇ ਆਪਾਂ ਉੱਤਰਲੇ ਪਾਸੇ ਚਲੇ ਜਾਈਏ, ਚਾਹੇ ਦੱਖਣ ਚਲੇ ਜਾਈਏ, ਚਾਹੇ ਕਿਤੇ ਵੀ ਧਰਤੀ ਦੇ ਕਿਸੇ ਵੀ ਹਿੱਸੇ ਚਲੇ ਜਾਈਏ, ਤਾਂ ਸਾਡਾ ਸੱਚ ਕੀ ਆ ਵੀ ਅਸੀਂ ਸਾਹ ਤੋਂ ਬਗੈਰ ਰਹਿ ਨਹੀਂ ਸਕਦੇ। ਤਾਂ ਇਹਦਾ ਮਤਲਬ ਕਿ ਉਹ ਸੱਚ ਕਦੇ ਵੀ ਨਹੀਂ ਮਿਟਿਆ ਪੁਰਾਣੇ ਪੁਰਾਤਨ ਕਾਲ ਤੋਂ ਲੈ ਕੇ ਅੱਜ ਤੱਕ ਉਹ ਸੱਚ ਚੱਲਿਆ ਆ ਰਿਹਾ। ਤਾਂ ਜਿਹੜਾ ਕਹੇ ਵੀ ਜਿਹੜਾ ਪਰਮਾਤਮਾ ਦਾ ਨਾਮ ਉਹ ਸੱਚਾ ਨਾਮ ਆ, ਵੀ ਉਹਨੂੰ ਦਿਮਾਗ 'ਚ ਰੱਖਣਾ ਨਾ। ਉਸ ਤੋਂ ਬਾਅਦ ਕਿਹਾ ਵੀ ਕਰਤਾ ਪੁਰਖ, ਵੀ ਪਰਮਾਤਮਾ ਵੀ ਹੀ ਕਰਤਾ ਧਰਤਾ ਵਾ। ਤਾਂ ਇੱਥੇ ਮੈਂ ਹੁਣ ਇੱਕ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ, ਇਹਦੀ ਪਰਿਭਾਸ਼ਾ ਨੂੰ ਇੱਕ ਨਾਮ ਦੇਣ ਦੀ ਕੋਸ਼ਿਸ਼ ਕਰੂੰਗਾ। ਕਰਤਾ ਪੁਰਖ ਹੁੰਦਾ ਜੋ ਸਾਰਾ ਕੁਝ ਡਰਾਈਵ ਕਰਦਾ, ਵੀ ਸਾਰੀ ਚੀਜ਼ ਦਾ ਕਰਤਾ ਧਰਤਾ ਉਹੀ ਆ, ਉਸ ਤੋਂ ਬਗੈਰ ਕੋਈ ਵੀ ਚੀਜ਼ ਤੁਰ ਫਿਰ ਨਹੀਂ ਸਕਦੀ ਨਾ। ਨਿਰਭਉ ਆ, ਨਿਰਭਉ ਦਾ ਮਤਲਬ ਕੀ ਹੋ ਗਿਆ? ਉਸ ਨੂੰ ਡਰਾਇਆ ਨਹੀਂ ਜਾ ਸਕਦਾ, ਉਸ ਨੂੰ ਡਰਾ ਧਮਕਾਇਆ ਨਹੀਂ ਜਾ ਸਕਦਾ ਨਾ। ਜਾਂ ਇਹਨੂੰ ਆਪਾਂ ਦੂਜੀ ਭਾਸ਼ਾ 'ਚ ਕਹਿ ਦਈਏ ਵੀ ਨਿਰਭਉ ਦਾ ਮਤਲਬ ਕੀ ਆ? ਪਰਮਾਤਮਾ ਦਾ ਜਿਹੜਾ ਡਰਾ ਧਮਕਾ ਕੇ ਉਹਦੇ ਡਿਸੀਜਨ ਨਹੀਂ ਚੇਂਜ ਕੀਤੇ ਜਾ ਸਕਦੇ, ਇਹਨੂੰ ਆਪਾਂ ਚਲੋ ਏਦਾਂ ਲੈ ਲਈਏ ਨਾ। ਉਹ ਨਿਰਵੈਰ ਆ, ਨਿਰਵੈਰ ਦਾ ਮਤਲਬ ਉਹ ਕਿਸੇ ਦਾ ਦੁਸ਼ਮਣ ਨਹੀਂ ਹੈਗਾ। ਦੁਸ਼ਮਣ ਨਹੀਂ ਹੈਗਾ, ਉਹ ਕਿਸੇ ਨਾਲ ਮਤਲਬ ਦੁਸ਼ਮਣੀ ਨਹੀਂ ਕੱਢਦਾ। ਚਾਹੇ ਤੁਸੀਂ ਉਹਨੂੰ ਚੰਗਾ ਬੋਲਦੇ ਹੋ, ਚਾਹੇ ਪ੍ਰਮਾਤਮਾ ਨੂੰ ਚਾਹੇ ਮਾੜਾ ਬੋਲਦੇ ਹੋ, ਕੁਝ ਵੀ ਬੋਲੋ, ਉਹ ਤੁਹਾਡੇ ਨਾਲ ਨਿਰਵੈਰ ਆ, ਉਹ ਤੁਹਾਡੇ ਨਾਲ ਕਿਸੇ ਨੂੰ ਦੁਸ਼ਮਣੀ ਨਹੀਂ ਰੱਖਦਾ ਹਨਾ। ਉਹ ਇੱਕ ਸਮਾਨਤਾ ਨਾਲ ਰਹਿੰਦਾ ਵਾ। ਉਹ ਅਕਾਲ ਆ, ਅਕਾਲ ਮਤਲਬ ਉਹ ਕਿਸੇ ਸਮੇਂ 'ਚ ਨਹੀਂ ਆਉਂਦਾ, ਸਮੇਂ ਦਾ ਹਿੱਸਾ ਨਹੀਂ ਹੈਗਾ, ਠੀਕ ਆ। ਉਹ ਅਜੂਨੀ ਆ, ਅਜੂਨੀ ਹੁੰਦੀ ਆ ਮਤਲਬ ਉਹ ਕਿਸੇ ਜਿਵੇਂ ਆਪਾਂ ਮਤਲਬ ਇੱਕ ਸਰੀਰਕ ਪ੍ਰਕਿਰਿਆ ਥਰੂ ਲੰਘਦੇ ਨੇ ਵੀ ਬੰਦਾ ਔਰਤ ਤੇ ਮਰਦ ਫਿਜ਼ੀਕਲ ਰਿਲੇਸ਼ਨਸ਼ਿਪ ਬਣਾਉਂਦੇ ਆ ਹਨਾ। ਇੱਕ ਪ੍ਰੋਸੀਜਰ ਹੁੰਦਾ ਸਾਡੇ ਜੰਮਣ ਦਾ ਹਨਾ। ਇਹਨੂੰ ਜੰਮਿਆ ਨਹੀਂ ਜਾ ਸਕਦਾ, ਮਤਲਬ ਪਰਮਾਤਮਾ ਕਿਹੜੇ ਵੀ ਇਹਨੂੰ ਕ੍ਰੀਏਟ ਨਹੀਂ ਕੀਤਾ ਜਾ ਸਕਦਾ। ਇਹ ਕਿਸੇ ਮਤਲਬ ਜੋਨੀ 'ਚ ਨਹੀਂ ਆਉਂਦਾ, ਇਹਨੂੰ ਕ੍ਰੀਏਟ ਨਹੀਂ ਕੀਤਾ ਜਾ ਸਕਦਾ, ਇਹਨੂੰ ਬਣਾਇਆ ਨਹੀਂ ਜਾ ਸਕਦਾ। ਆਦਿ ਸੱਚ ਆ, ਮਤਲਬ ਪਹਿਲਾਂ ਵੀ ਸੱਚ ਸੀਗਾ ਇਹ। ਜੁਗਾਦ ਸੱਚ ਆ, ਜੁਗਾਦ ਤੋਂ ਵੀ ਸੱਚ ਆ ਇਹ
ਆਦਿ ਕਾਲ ਤੋਂ ਸੱਚ ਆ, ਉਹਨਾਂ ਨੇ ਜੁਗਾਤ ਸੋਚ ਜੁਗਾਂ ਤੋਂ ਹੀ ਸੱਚ ਹੀ ਹੈ ਇਹ। ਹੈ ਵੀ ਸੱਚ ਆ ਤੇ ਨਾਨਕ ਹੋਸੀ ਵੀ ਸੱਚ ਆ। ਬਾਬੇ ਨਾਨਕ ਨੇ ਕਿਹਾ ਸੀ ਵੀ ਹੁਣ ਵੀ ਸੱਚ ਆ, ਵੀ ਇਹ ਪਹਿਲੇ ਟਾਈਮ ਦਾ ਵੀ ਸੱਚ ਸੀਗਾ ਬਾਬੇ ਨਾਨਕ ਦੇ ਟਾਈਮ ਦਾ, ਉਹਨਾਂ ਨੇ ਉਸ ਟਾਈਮ ਦਾ ਵੀ ਕਿਹਾ ਸੀ ਵੀ ਉਦੋਂ ਵੀ ਸੱਚ ਆ, ਤੇ ਆਪਾਂ ਅੱਜ ਵੀ ਦੇਖੀਏ ਇਹ ਅੱਜ ਵੀ ਸੱਚ ਆ। ਇਹ ਆਪਾਂ ਪਹਿਲੇ ਉਹਨੂੰ ਪਤਾ ਵੀ ਸੱਚ ਹੈ ਕਿਵੇਂ। ਹੁਣ ਤੁਸੀਂ ਇੱਕ 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 ਸ਼ਬਦ ਬੋਲਦਾ ਵਾ, ਉਹ ਹੈਗਾ ਵਾ ਆਹ, ਇਹ ਹੈਗੀ એનર્ਜੀ। ਹੁਣ એનર્ਜੀ ਦੀ ਡੈਫੀਨੇਸ਼ਨ ਤੇ ਪਰਮਾਤਮਾ ਦੀ ਡੈਫੀਨੇਸ਼ਨ ਨੂੰ ਆਪਾਂ ਕੰਪੇਅਰ ਕਰਨਾ। એનર્ਜੀ ਜਿਹੜੀ ਹੈਗੀ ਆ ਹਨਾ, ਉਹ ਵੀ ਆਪਾਂ ਜਿਨ੍ਹਾਂ ਨੇ ਪੜ੍ਹੀ ਵੀ એનર્ਜੀ ਬਾਰੇ, ਵੀ એનર્ਜੀ ਕਾਂਟ ਬੀ ਕ੍ਰੀਏਟਡ ਕਾਂਟ ਬੀ ਡਿਸਟਰੋਇਡ। ਨਾ ਤਾਂ ਉਹਨੂੰ ਅਕਾਲ ਮਤਲਬ ਉਹ ਕਿਸੇ ਸਮੇਂ ਦਾ, ਸੌਰੀ ਮੈਂ ਕਹਿੰਦਾ ਕਦੀ ਉਹਦਾ ਅੰਤ ਨਹੀਂ ਹੈਗਾ, ਅਕਾਲ ਅੰਤ ਨਹੀਂ ਹੈਗਾ ਹਨਾ, ਉਹ ਕਿਸੇ ਕਾਲ ਦੇ ਵਿੱਚ ਉਹਨੂੰ ਮਾਰ ਨਹੀਂ ਸਕਦੇ ਆਪਾਂ। ਤੇ ਹੁਣ એનર્ਜੀ ਦੀ ਕਿਹੜੀ ਡੈਫੀਨੇਸ਼ਨ ਆ, એનર્ਜੀ ਕਾਂਟ ਬੀ ਕ੍ਰੀਏਟਡ ਕਾਂਟ ਬੀ ਡਿਸਟਰੋਇਡ। ਵੀ એનર્ਜੀ ਨੂੰ ਨਾ ਤਾਂ ਅਸੀਂ ਮਤਲਬ ਬਣਾ ਸਕਦੇ ਹਾਂ, એનર્ਜੀ ਨੂੰ ਕੋਈ ਖਤਮ ਨਹੀਂ ਕਰ ਸਕਦਾ। ਹੁਣ એનર્ਜੀ ਪੁਰਾਣੇ ਟਾਈਮ 'ਚ ਵੀ એનર્ਜੀ ਦਾ ਸੱਚ ਸੀਗਾ, એનર્ਜੀ ਤੋਂ ਬਗੈਰ ਕੋਈ ਵੀ ਬੰਦਾ ਨਹੀਂ ਰਹਿ ਸਕਦਾ ਸੀ। ਅੱਜ ਦੇ ਟਾਈਮ ਬਾਬੇ ਨਾਨਕ ਹੋਰਾਂ ਦੇ ਟਾਈਮ 'ਚ ਵੀ ਉਹੀ ਸੱਚ ਸੀਗਾ ਤੇ ਅੱਜ ਵੀ ਉਹੀ ਸੱਚ ਆ। એનર્ਜੀ ਕਿਸੇ ਦੀ ਦੁਸ਼ਮਣ ਨਹੀਂ ਹੈਗੀ, ਠੀਕ ਆ। ਜਿਹੜੀ એનર્ਜੀ ਆ ਉਹਨੂੰ ਚਾਹੇ ਆਪਾਂ ਗਾਲਾਂ ਕੱਢੀ ਜਾਈਏ, ਚਾਹੇ ਕੁਝ ਵੀ ਕਰੀ ਜਾਈਏ, ਉਹਦੇ ਡਿਸੀਜਨ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ। ਤੇ ਸਾਰਾ ਕੁਝ ਜਿਹੜਾ ਵਾ એનર્ਜੀ ਡਰਾਈਵ ਕਰਦੀ ਆ। એનર્ਜੀ ਜਿਹੜੀ ਹੈਗੀ ਆ ਉਹੀ ਸਾਰੀ ਸਿਸਟਮ ਚਲਾਉਂਦੀ ਆ। ਹੁਣ ਆਪਾਂ ਇਹਨੂੰ ਸਰਲ ਭਾਸ਼ਾ ਵਿੱਚ ਲੈ ਕੇ ਚੱਲੀਏ। ਹੁਣ ਤੁਸੀਂ ਇਸ ਨੂੰ ਸੋਚਣਾ ਧਿਆਨ ਨਾਲ, એનર્ਜੀ ਨੂੰ ਦਿਮਾਗ 'ਚ ਰੱਖੋ ਵੀ ਪਰਮਾਤਮਾ ਇਕੁਅਲ ਟੂ એનર્ਜੀ ਕਰਕੇ ਦੇਖੋ। ਪਰਮਾਤਮਾ ਇਕੁਅਲ ਟੂ એનર્ਜੀ। ਹੁਣ ਤੁਸੀਂ ਸਿਰਫ ਨਾ ਇਹ ਗੱਲ ਨੂੰ ਦਿਮਾਗ 'ਚ ਰੱਖਿਓ ਹੁਣ, ਔਰ ਤੁਸੀਂ ਮਤਲਬ ਇੱਕ ਵਾਰੀ ਇਸ ਤਰੀਕੇ ਨਾਲ ਸੋਚ ਕੇ ਦੇਖਣਾ। ਆਪਾਂ ਇਸ ਤਰੀਕੇ ਨਾਲ ਸੋਚਣਾ ਆਪਾਂ, ਫਿਰ ਹਰੇਕ ਚੀਜ਼ ਨੂੰ ਆਪਾਂ ਕੰਪੇਅਰ ਕਰਨਾ। ਗੁਰਬਾਣੀ ਦੇ ਜਿਹੜੇ ਸ਼ਲੋਕ ਨੇ ਉਹਨਾਂ ਨੂੰ ਦੇਖਣਾ ਵੀ ਉਹ એનર્ਜੀ ਵੱਲ ਕਿਵੇਂ ਲੈ ਕੇ ਜਾਂਦੇ ਆ। ਪਹਿਲੇ એનર્ਜੀ ਨੂੰ ਚੰਗੀ ਤਰ੍ਹਾਂ ਸਮਝ ਲਈਏ। ਦੇਖੋ ਜੀ, એનર્ਜੀ ਕਾਂਟ ਬੀ ਕ੍ਰੀਏਟਡ ਕਾਂਟ ਬੀ ਡਿਸਟਰੋਇਡ। એનર્ਜੀ ਨੂੰ ਨਾ ਤਾਂ ਪੈਦਾ ਕੀਤਾ ਜਾ ਸਕਦਾ, ਨਾ ਉਹਨੂੰ ਮਾਰਿਆ ਜਾ ਸਕਦਾ। એનર્ਜੀ ਤੋਂ ਬਗੈਰ ਹਨਾ, એનર્ਜੀ ਦਾ ਅੰਤ ਨਹੀਂ ਹੈਗਾ, ਅੰਤ ਨੂੰ ਕੋਈ ਮਾਰ ਨਹੀਂ ਸਕਦਾ। એનર્ਜੀ ਜਿਹੜੀ ਹੈਗੀ ਆ ਉਹ ਕਦੇ ਵੀ ਕਿਸੇ ਤੋਂ ਪ੍ਰਭਾਵਿਤ ਨਹੀਂ, ਡਰਦੀ ਨਹੀਂ ਹੈਗੀ। ਉਹ ਮਤਲਬ ਕਿਸੇ ਨੂੰ ਡਰਾ ਧਮਕਾਇਆ ਨਹੀਂ ਜਾ ਸਕਦਾ ਉਹਨੂੰ। ਤੇ એનર્ਜੀ ਕਿਸੇ ਦੀ ਦੁਸ਼ਮਣ ਵੀ ਨਹੀਂ ਹੈਗੀ, ਹੈ ਨਾ। ਬਹੁਤੀਆਂ ਚੀਜ਼ਾਂ ਜਿਹੜੀਆਂ ਗੁਰਬਾਣੀ ਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਉਹ એનર્ਜੀ ਵੱਲ ਇਸ਼ਾਰਾ ਕਰਦੀਆਂ ਨੇ। ਹੁਣ ਇਹਦੇ ਨਾਲ ਕੁਝ ਹੋਰ ਚੀਜ਼ ਮੈਂ ਜੋੜਨਾ ਚਾਹੂੰਗਾ ਤੁਹਾਨੂੰ, ਤਾਂ ਜੋ ਸਾਨੂੰ ਸਮਝ ਆਵੇ ਵਾਕਈ 'ਚ ਕੀ ਚੀਜ਼ ਆ। ਪਹਿਲੀ ਗੱਲ, ਜਿਹੜੀ એનર્ਜੀ ਆ ਉਹਨੂੰ ਸਾਰੇ ਮਹਿਸੂਸ ਕਰ ਸਕਦੇ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਕਹਿੰਦਾ ਵੀ, ਜਿਵੇਂ ਆਪਾਂ ਨੂੰ ਕਹਿ ਦਿੰਦਾ ਵੀ ਪਰਮਾਤਮਾ ਤੋਂ ਬਗੈਰ ਤਾਂ ਸਾਡੀ ਹੋਂਦ ਹੀ ਨਹੀਂ ਹੈਗੀ। ਉਹਨਾਂ ਨੇ ਤਾਂ ਕਿਹਾ ਵੀ ਪਰਮਾਤਮਾ ਤੋਂ ਬਗੈਰ ਮਨੁੱਖ ਦੀ ਹੋਂਦ ਹੀ ਨਹੀਂ ਹੈਗੀ। ਹੁਣ ਤੁਸੀਂ ਦੱਸੋ ਵੀ એનર્ਜੀ ਤੋਂ ਬਗੈਰ ਅਸੀਂ ਜਿਉਂਦਾ ਰਹਿ ਸਕਦੇ ਹਾਂ? ਜੇ ਆਪਾਂ ਕੁਝ ਖਾਂਦੇ ਆ ਤਾਂ ਸਾਨੂੰ એનર્ਜੀ ਮਿਲਦੀ ਆ, ਉਸ ਤੋਂ ਬਾਅਦ ਹੀ ਅਸੀਂ ਜਿਉਂਦੇ ਰਹਿੰਦੇ ਆ। ਜੇ ਅਸੀਂ ਸਾਹ ਲੈਂਦੇ ਆ, ਸਾਹ ਦੇ ਨਾਲ ਸਾਡੇ ਅੰਦਰ એનર્ਜੀ ਜਾਂਦੀ ਆ, ਤਾਂ ਹੀ ਅਸੀਂ ਜਿਉਂਦੇ ਰਹਿੰਦੇ ਆ, ਠੀਕ ਆ। ਜੇ ਅਸੀਂ ਧੁੱਪ ਲੈਂਦੇ ਆ, ਇਹ ਸੋਲਰ એનર્ਜੀ ਆ। ਜੇ ਆਪਾਂ ਨੂੰ ਧੁੱਪ ਮਿਲਦੀ ਆ, ਜੇ ਉਹ ਸਾਡੇ ਸਰੀਰ ਦੇ ਅੰਦਰ ਜਾਂਦੀ, ਉਹ ਤਾਂ ਹੀ ਅਸੀਂ ਜਿਉਂਦੇ ਰਹਿੰਦੇ ਆ। ਤੁਸੀਂ ਦੱਸੋ ਵੀ ਉਹ ਤੋਂ ਬਾਅਦ ਕਿਹਾ ਵੀ ਇਹ ਪਰਮਾਤਮਾ ਤੁਹਾਡੇ ਅੰਗ 'ਚ ਆ, ਸੰਗਤ ਤੇ ਸਹਾਈ ਆ। ਅੰਗ 'ਚ ਹੁੰਦਾ ਵੀ ਸਰੀਰ 'ਚ ਹੋਣਾ, ਸੰਗੀ ਹੋਣਾ ਤੁਹਾਡੇ ਆਲੇ ਦੁਆਲੇ ਹੋਣਾ, ਠੀਕ ਆ। ਤੇ ਸਹਾਈ ਹੋਣਾ ਵੀ ਉਹ ਤੁਹਾਨੂੰ ਕੰਮ, ਮਤਲਬ ਉਹ ਤੁਹਾਡਾ ਕਾਰਜ ਕਰਾਉਂਦੀ ਆ। ਹੁਣ ਤੁਸੀਂ ਦੱਸੋ, ਹੁਣ ਮੇਰੇ ਸਰੀਰ ਦੇ ਅੰਦਰ એનર્ਜੀ ਹੈਗੀ ਨਾ, ਤੁਹਾਡੇ ਸਾਰਿਆਂ ਦੇ ਅੰਦਰ એનર્ਜੀ ਦਾ ਵਾਸਾ ਹੈਗਾ ਨਾ, ਪਰਮਾਤਮਾ ਦਾ ਵਾਸਾ। ਆਪਣੇ ਆਲੇ ਦੁਆਲੇ ਕਿਸ ਰੂਪ 'ਚ? ਧਰਤੀ ਦੇ ਵਿੱਚ ਪੋਟੈਂਸ਼ੀਅਲ એનર્ਜੀ ਆ, ਹਵਾ ਦੇ ਵਿੱਚ ਕੀ ਆ, ਸੋ ਆ ਵਿੰਡ એનર્ਜੀ ਆ, ਠੀਕ ਆ। ਉਹਨੂੰ ਆਪਾਂ ਵਿੰਡ એનર્ਜੀ ਕਹਿ ਦਿੰਦੇ ਆ। ਉਹਦੇ ਵਿੱਚ ਪਾਣੀ 'ਚ ਕੀ ਆ, ਹਨਾ, ਪਾਣੀ 'ਚ ਵੀ એનર્ਜੀ ਆ, ਹਨਾ, એનર્ਜੀ ਦਾ ਸੋਰਸ ਹੀ ਆ। ਧੁੱਪ 'ਚ ਕੀ ਆ, એનર્ਜੀ ਆ। ਤਾਂ ਮਤਲਬ ਆਪਾਂ ਜਿਹੜਾ ਚਾਰੇ ਪਾਸਿਓਂ ਘਿਰੇ ਕਿਹਦੇ ਨਾਲ ਹੋਏ ਆ? ਉਹਦੇ ਵਾਸੇ 'ਚ ਘਿਰੇ ਹੋਏ ਆ। ਸਾਡਾ ਸੰਗੀ ਹੋ ਗਿਆ ਉਹ ਪਰਮਾਤਮਾ। ਪ੍ਰੈਕਟੀਕਲ ਸੈਂਸ ਨੂੰ ਸਮਝੋ। ਉਸ ਤੋਂ ਬਾਅਦ ਸਹਾਈ ਕਿਵੇਂ ਆ? ਹੁਣ ਮੰਨ ਲਓ ਮੈਂ ਕੁਝ ਖਾਧਾ ਪੀਤਾ ਨਹੀਂ ਹੋਇਆ ਨਾ, ਮੈਂ ਬਿਲਕੁਲ ਮਤਲਬ ਕੁਛ ਨਹੀਂ ਖਾਧਾ, ਮੈਨੂੰ ਸਾਹ ਵੀ ਨਹੀਂ ਆ ਰਿਹਾ, ਤਾਂ ਮੇਰੇ ਸਰੀਰ ਨੇ ਹਲਚਲ ਬਹੁਤ ਸਲੋ ਹੋ ਜਾਣੀ ਆ, ਠੀਕ ਆ। ਜੇ ਮੇਰੇ ਅੰਦਰ એનર્ਜੀ ਦਾ ਲੈਵਲ ਅਪ ਆ, ਫਿਰ ਆਪਾਂ ਉੱਡੂ ਫਿਰਦੀਆਂ, ਆਪਾਂ ਆਹ ਵੀ ਕਰ ਲੈਂਦੇ, ਆਪਾਂ ਉਹ ਵੀ ਕਰ ਲੈਂਦੇ ਆ। ਇਹਦਾ ਮਤਲਬ ਕੀ ਆ? ਉਹੀ ਆਪਣੇ ਕਾਰਜ ਸਵਾਰਦਾ। ਮਤਲਬ ਆਪਾਂ ਜੇ ਸਾਡੇ ਅੰਦਰ એનર્ਜੀ ਦਾ ਵਾਸਾ ਹੋਊਗਾ ਤਾਂ ਹੀ ਅਸੀਂ ਕੋਈ ਚੀਜ਼ ਕਰ ਸਕਦੇ ਹਾਂ। ਉਸ ਤੋਂ ਬਗੈਰ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ। ਇਹਦੀ ਪ੍ਰੈਕਟੀਕਲ ਸੈਂਸ ਨੂੰ ਸਮਝੋ ਵੀ ਆਪਾਂ ਇੱਥੇ ਭੱਟ ਕੇ ਹੋਏ ਆ, ਅਸੀਂ ਪਰਮਾਤਮਾ ਦੀ ਡੈਫੀਨੇਸ਼ਨ ਗਲਤ ਲੈ ਰਹੇ ਹਾਂ। ਹੁਣ ਪਰਮਾਤਮਾ ਇਕੁਅਲ ਟੂ એનર્ਜੀ ਆ। ਪਰਮਾਤਮਾ ਨੂੰ ਉਹਨਾਂ ਨੇ ਉਸੇ ਤਰੀਕੇ ਨਾਲ ਦੱਸਿਆ ਸੀ ਵੀ ਪਰਮਾਤਮਾ, ਪਹਿਲੀ ਤਾਂ ਗੱਲ ਇਹ ਕਹੀ ਆ ਉਹਨਾਂ ਨੇ ਵੀ ਉਹ ਕਿਸੇ ਜੋਨੀ 'ਚ ਨਹੀਂ ਆਉਂਦਾ, એનર્ਜੀ ਕਿਸੇ ਜੋਨੀ 'ਚ ਨਹੀਂ ਆਉਂਦੀ। ਪਰਮਾਤਮਾ ਜਿਹੜਾ ਹੈਗਾ ਵਾ ਉਹਨੂੰ ਪਹਿਲੇ ਵੀ ਸੱਚ ਸੀਗਾ, ਅੱਜ ਵੀ ਸੱਚ, ਉਸ ਬਾਬੇ ਨਾਨਕ ਹੋਰਾਂ ਦੇ ਟਾਈਮ 'ਚ ਸੱਚ ਵੀ ਅੱਜ ਵੀ।
ਆਪਾਂ ਹੁਣ ਸੁਣੀ ਜਾਂਦੇ ਆ ਵੀ ਕੋਈ ਪਹਿਲੇ ਵੀ ਨਹੀਂ ਸਾਹ ਤੋਂ ਬਗੈਰ ਰਹਿ ਸਕਦਾ ਸੀਗਾ, ਹਵਾ ਤੋਂ ਬਗੈਰ, ਪਾਣੀ ਤੋਂ ਬਗੈਰ। ਪਰਮਾਤਮਾ ਤੋਂ ਬਗੈਰ ਸਾਡਾ ਕਿਸੇ ਦੀ ਹੋਂਦ ਨਹੀਂ ਹੈਗੀ, ਇਹ ਸੱਚ ਹੀ ਆ। ਤੁਸੀਂ ਕੁਛ ਦਿਨ ਖਾਓ ਪੀਓ ਨਾ, ਕਰਕੇ ਦਿਖਾ ਦਿਓ, ਕੁਛ ਵੀ ਕਰਕੇ ਦਿਖਾ ਦਿਓ। ਹੁਣ ਉਹਨਾਂ ਨੇ ਕਿਹਾ ਸੀਗਾ ਵੀ ਉਹ ਨਿਰਵੈਰ ਆ, ਤੁਸੀਂ ਸਵੇਰੇ ਉੱਠ ਕੇ ਸੂਰਜ ਨੂੰ ਗਾਲਾਂ ਕੱਢੋ, ਵੀ ਤੂੰ ਕਿੱਧਰੋਂ ਨਿਕਲਿਆ, ਓਏ ਕੱਢ ਕੇ ਦੇ ਲਓ, ਪ੍ਰੈਕਟੀਕਲ ਕਰਕੇ ਦੇ ਲਓ, ਕੱਢ ਕੇ ਦੇ ਲਓ ਗਾਲਾਂ, ਠੀਕ ਆ। ਤੁਸੀਂ ਵੀ ਉਹ ਤੋਂ ਮਿਹਨਤਾਂ ਵੀ ਕਰਕੇ ਦੇ, ਚਾਪਲੂਸੀ ਵੀ ਕਰਕੇ ਦੇ ਲਓ, ਵੀ ਪਲੀਜ਼ ਨਿਕਲਿਆ ਹਨਾ, ਏਦਾਂ ਕਰ ਲਾ। ਉਹਦੇ ਸੁਭਾਅ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਹਨਾ, ਉਹਨੇ ਜੇ ਨਿਕਲਣਾ ਤਾਂ ਨਿਕਲਣਾ ਹੀ ਆ। ਹਵਾ ਨੇ ਵਗਣਾ ਤਾਂ ਵਗਣਾ ਹੀ ਆ, ਚਾਹੇ ਜਿੰਨੇ ਮਰਜ਼ੀ ਤਰਲੇ ਮਿਹਨਤਾਂ ਕਰ ਲਈਏ, ਚਾਹੇ ਗਾਲਾਂ ਕੱਢ ਲਈਏ ਹਨਾ, ਉਹਨੇ ਆਪਣੇ ਸੁਭਾਅ ਦੇ ਅੰਦਰ ਕੋਈ ਸੁਭਾਅ ਦੇ ਅੰਦਰ ਚੇਂਜ ਨਹੀਂ ਲਿਆਉਣੀ। ਉਹੀ ਚੀਜ਼ ਪਰਮਾਤਮਾ ਮਤਲਬ ਕੀ ਹੈ, ਇੱਕ એનર્ਜੀ ਆ। ਇਹਦਾ ਮਤਲਬ ਕੀ ਆ, ਜਿਹੜਾ એનર્ਜੀ ਆ ਉਹਦੇ ਸੁਭਾਅ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ। ਇਹ ਪ੍ਰੈਕਟੀਕਲ ਸੈਂਸ ਥੋੜੀ ਪੜ੍ਹਨੀ ਚਾਹੀਦੀ ਆ। ਹੁਣ ਇਹਦੇ ਅਕੋਰਡਿੰਗਲੀ ਆਪਾਂ ਅੱਗੇ ਵੀ ਗੱਲਾਂ ਕਰਾਂਗੇ। ਮੈਂ ਤੁਹਾਨੂੰ ਇਹ ਤਾਂ ਗੱਲ ਕਹਿ ਰਿਹਾ ਵਾਂ, ਮੈਂ ਅੱਗੇ ਵੀ ਇਹ ਗੱਲ ਕਹੀ ਸੀ ਵੀ ਜਦੋਂ ਕੋਈ ਬੰਦਾ ਕਲਮ ਚੱਕਦਾ ਨਾ, ਕਲਮ ਚੱਕ ਕੇ ਕੋਈ ਗੱਲ ਲਿਖਦਾ ਵਾ ਹਨਾ, ਉਹ ਖਾਸ ਕਰਕੇ ਜਦੋਂ ਉਹਨੂੰ ਬੜਾ ਇੰਫਸਾਈਜ਼ ਕਰਦਾ, ਬੜਾ ਜ਼ੋਰ ਲਪਾ ਕੇ ਗੱਲ ਕਰਦਾ, ਹਾਂ ਇਹ ਤਾਂ ਇਦਾਂ ਹੀ ਆ, ਤਾਂ ਉਹਦਾ ਐਕਸਪੀਰੀਅੰਸ ਹੁੰਦਾ, ਠੀਕ ਆ। ਤੇ ਉਹ ਤਾਂ ਹੀ ਉਹ ਲਿਖੂਗਾ ਜੇ ਉਹ ਸਾਹਮਣੇ ਵਾਲੇ ਨੂੰ ਸਮਝ ਆਊਗੀ। ਕੋਈ ਵੀ ਬੰਦਾ ਕੋਈ ਚੀਜ਼ ਲਿਖੂਗਾ, ਉਹ ਚਾਹੁੰਦਾ ਹੁੰਦਾ ਵੀ ਸਾਹਮਣੇ ਵਾਲੇ ਚੀਜ਼ ਦੇ ਬੰਦੇ ਸਮਝ ਆਵੇ ਤੇ ਉਹ ਉਹਨੂੰ ਸਮਝੇ। ਤੇ ਆਪਾਂ ਜਿਹੜਾ ਇਹ ਤਾਂ ਪਰਮਾਤਮਾ ਦੀ ਡੈਫੀਨੇਸ਼ਨ ਆ, ਬਜਾਏ ਕਿ ਗੁਰੂਆਂ ਦੇ ਦੱਸੇ ਹੋਏ ਤਰੀਕੇ ਨਾਲ ਸਮਝਣ ਦੇ, ਅਸੀਂ ਹੋਰ ਹੀ ਕੁਝ ਬਣਾਈ ਬੈਠੇ ਹਾਂ। ਜਦੋਂ ਕਿ ਉਹਨਾਂ ਨੇ ਬਿਲਕੁਲ ਕਲੀਅਰ ਕੱਟ ਲਿਖਿਆ ਹੈ, ਉਹਨੂੰ ਅਸੀਂ ਮਹਿਸੂਸ ਨਹੀਂ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਉਹਨੇ ਕਿਹਾ ਸੀਗਾ ਪਰਮਾਤਮਾ ਨੂੰ ਸਿਰਫ ਆਪਾਂ ਮਹਿਸੂਸ ਕਰ ਸਕਦੇ। ਹੁਣ ਦੱਸੋ ਯਾਰ, ਆਪਾਂ ਆਪਣੇ ਅੰਦਰ ਜੇ ਆਪਾਂ ਮਤਲਬ ਕੁਝ ਖਾਧਾ ਨਹੀਂ ਹੋਇਆ ਜਾਂ ਆਪਣਾ ਪਾਣੀ ਪੂਣੀ ਕੁਝ ਨਹੀਂ ਪੀਤਾ ਹੋਇਆ ਨਾ, ਅਸੀਂ ਜਿਹੜਾ ਅੰਦਰ ਆਪਣੇ ਅੰਦਰ ਜਿਹੜਾ ਢਲਾਣ ਮਹਿਸੂਸ ਨਹੀਂ ਕਰ ਸਕਦੇ। ਯਾਰ ਜੇ ਸਰੀਰ ਡਿੱਗਿਆ ਡਿੱਗਿਆ ਮਹਿਸੂਸ ਕਰਦਾ ਹੁੰਦੀ ਹੈ ਨਾ ਆਪਣੇ ਨਾਲ, ਆਪਾਂ ਜਦੋਂ ਮਤਲਬ ਕੁਝ ਖਾਂਦੇ ਪੀਂਦੇ ਨਹੀਂ ਹੈਗੇ ਤਾਂ ਸਾਡਾ ਜਿਹੜਾ એનર્ਜੀ ਦਾ ਲੈਵਲ ਲੋ ਹੁੰਦਾ, ਤਾਂ ਅਸੀਂ ਉਹਨੂੰ ਮਹਿਸੂਸ ਕਰ ਸਕਦੇ। ਉਹੀ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਉਹਨੂੰ ਆਪਣੇ ਅੰਦਰ ਮਹਿਸੂਸ ਕਰ ਸਕਦੇ ਹੋ। ਉਸ ਤੋਂ ਬਾਅਦ ਜਦੋਂ ਤੁਸੀਂ ਕੁਝ ਖਾਣੇ ਪੀਣੇ ਤਾਂ ਥੋੜਾ એનર્ਜੀ ਦਾ ਲੈਵਲ ਅਪ ਹੋ ਜਾਂਦਾ, ਠੀਕ ਆ। ਤੇ ਉਹਨੂੰ ਤੁਸੀਂ ਆਪਣੇ ਅੰਦਰ ਮਹਿਸੂਸ ਹੀ ਕਰ ਸਕਦੇ ਹੋ, ਉਹਨੂੰ ਮਹਿਸੂਸ ਹੀ ਕੀਤਾ ਜਾ ਸਕਦਾ, ਉਹਨੂੰ ਆਪਾਂ ਦੇਖ ਨਹੀਂ ਸਕਦੇ। એનર્ਜੀ ਨੂੰ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ, ਉਹਨੂੰ ਦੇਖ ਤਾਂ ਨਹੀਂ ਸਕਦੇ। ਪਾਣੀ ਵੀ ਪੀਂਦੇ ਆ, ਉਹਨੂੰ ਆਪਾਂ ਮਹਿਸੂਸ ਹੀ ਕਰਦੇ ਅੰਦਰ ਵੀ ਹਾਂ ਯਾਰ ਅੱਜ ਕਾਲਜੇ ਠੰਡ 'ਚ ਪੈ ਗਈ। ਦੇਖਣ ਨੂੰ ਤਾਂ ਲੱਗ ਰਹੀ ਆ, ਪਰ ਉਹ ਮਹਿਸੂਸ ਹੀ ਕੀਤਾ, ਪੀ ਕੇ ਮਹਿਸੂਸ ਹੁੰਦਾ ਨਾ, ਜਾਂ ਟੱਚ ਕਰਕੇ ਮਹਿਸੂਸ ਕਰਦੇ ਆ ਧੁੱਪ ਦੇ ਰੂਪ 'ਚ। ਜਦੋਂ ਧੁੱਪ ਆਪਣੇ ਸਕਿਨ ਦੇ ਉੱਤੇ ਪੈਂਦੀ, ਆਪਾਂ ਉਹਨੂੰ ਆਪਣੇ ਸਕਿਨ ਦੇ ਉੱਤੇ ਮਹਿਸੂਸ ਕਰਦੇ ਹਾਂ। ਤਾਂ ਕਹਿਣ ਦਾ ਭਾਵ ਕੀ ਆ, ਤੁਸੀਂ ਇੱਕ ਵਾਰੀ ਨਾ એનર્ਜੀ ਨੂੰ, ਪਰਮਾਤਮਾ ਨੂੰ એનર્ਜੀ ਕਰਕੇ ਦੇਖਿਓ। ਕਿਉਂਕਿ ਹੁਣ ਇਸ ਤੋਂ ਬਾਅਦ ਇੱਕ ਹੋਰ ਗੱਲ ਆਉਂਦੀ ਆ ਜਿਹੜੀ ਸ਼ਾਇਦ ਆਪਣੇ ਲੋਕ ਘੋਖਣਾ ਨਹੀਂ ਚਾਹੁੰਦੇ, ਘੋਖਦੇ। ਸਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਆ ਵੀ ਉਹ ਆਪਣੇ ਗੁਰੂਆਂ ਨੇ ਇਹ ਚੀਜ਼ਾਂ ਉਹਨਾਂ ਦੇ ਦਿਮਾਗ 'ਚ ਆਈ ਕਿੱਥੋਂ, ਵੀ ਪਰਮਾਤਮਾ ਜਿਹੜਾ ਕਨਸੈਪਟ ਆ ਜਾਂ એનર્ਜੀ ਆ, ਇਹ ਆਈ ਕਿਉਂ। ਮੈਂ ਵੀ ਹਲੇ ਇਸ ਚੀਜ਼ ਤੇ ਖੋਜ ਨਹੀਂ ਕੀਤੀ, ਤੁਸੀਂ ਵੀ ਕਰਕੇ ਦੇਖਿਓ। ਵੀ ਜਿਵੇਂ ਆਇਨਸਟਾਈਨ ਆ, ਉਹਨੇ ਮਤਲਬ એનર્ਜੀ ਦੀ ਖੋਜ ਕੀਤੀ ਸੀ, ਵੀ ਉਹ ਸਮਕਾਲੀ ਲੱਗਦਾ ਮੈਨੂੰ ਹੁਣ ਐਗਜ਼ੈਕਟਲੀ ਪਤਾ ਨਹੀਂ ਹੈਗਾ, ਮੈਂ ਇਹ ਤੇ ਕੀਤੀ ਨਹੀਂ, ਤੁਸੀਂ ਸਟੱਡੀ ਕਰਕੇ ਦੇਖਿਓ ਵੀ એનર્ਜੀ ਦੀ ਖੋਜ ਕਿਵੇਂ ਹੋਈ ਤੇ ਕਿਹਨੇ ਕੀਤੀ ਤੇ ਉਹਦੇ ਬਾਰੇ ਕਿਹਨੇ ਲਿਖਿਆ ਵਾ ਹਨਾ। ਤੇ ਜਦੋਂ ਤੁਸੀਂ ਇਹਦੇ ਤੇ ਦੇਖੋਗੇ ਨਾ, ਹੁਣ ਜਿਵੇਂ ਅੱਗੇ ਮੈਂ ਇੱਕ ਗੱਲ ਦੱਸਦਾ ਵੀ ਗੁਰਬਾਣੀ ਦੇ ਵਿੱਚ એનર્ਜੀ ਦਾ ਬਹੁਤ ਸਤਿਕਾਰ ਕੀਤਾ ਗਿਆ। એનર્ਜੀ ਦੇ ਬਾਰੇ ਬਹੁਤ ਕੁਝ ਲਿਖਿਆ ਗਿਆ ਵੀ ਤੁਸੀਂ ਆਪਣੇ ਆਪ ਨੂੰ એનર્ਜੈਟਿਕ ਕਿਵੇਂ ਰੱਖਣਾ। ਹੁਣ ਤੁਸੀਂ ਦੱਸੋ, ਤੁਹਾਡੇ ਅੰਦਰ એનર્ਜੀ ਦਾ ਬਸ ਪੂਰਾ ਮਤਲਬ ਤੁਸੀਂ એનર્ਜੀ ਨੂੰ ਪੂਰਾ ਅੰਦਰ ਮਹਿਸੂਸ ਕਰਦੇ ਹੋ। ਜਦੋਂ ਪਰਮਾਤਮਾ ਕਹਿੰਦੇ ਨੇ ਵੀ ਮਾੜੇ ਟਾਈਮ ਦੇ ਵਿੱਚ ਪਰਮਾਤਮਾ ਹੀ ਸਹਾਈ ਹੁੰਦਾ। ਹੁਣ ਮੰਨ ਲਓ ਵੀ ਕੋਈ ਮਾੜਾ ਟਾਈਮ ਪੈ ਗਿਆ, ਜੇ ਤੁਹਾਡੇ ਅੰਦਰ ਆਇਆ, ਤੁਹਾਡੇ ਅੰਦਰ ਤੜ ਹੈਗੀ ਆ, ਤੁਹਾਡੇ ਅੰਦਰ એનર્ਜੀ ਦਾ ਲੈਵਲ ਅਪ ਆ, ਫਿਰ ਬੰਦਾ ਕਹਿੰਦਾ ਯਾਰ ਮੈਂ ਕੁਝ ਵੀ ਕਰ ਲੂ ਹਨਾ। ਉਹ ਆਪਾਂ ਕਹਿੰਦੇ ਮਾੜੇ ਟਾਈਮ ਦੇ ਵਿੱਚ ਉਹੀ ਸਹਾਈ ਬਣਦਾ। ਇਹਦਾ ਮਤਲਬ ਕੀ ਆ, ਹਰੇਕ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪ੍ਰੈਕਟੀਕਲ ਸੈਂਸ ਉਹੀ ਬਣਦੀ ਹੈ, ਪ੍ਰੈਕਟੀਕਲ ਸੈਂਸ ਬਣਨੀ ਚਾਹੀਦੀ ਆ। ਜਦੋਂ ਸਾਡੇ ਅੰਦਰ એનર્ਜੀ ਹੋਵੇ ਯਾਰ, ਪੂਰੀ ਤੜ ਹੋਵੇ ਵੀ ਹਾਂ ਯਾਰ ਠੀਕ ਆ, ਕੋਈ ਚੱਕਰ ਹੀ ਨਹੀਂ ਹੈਗਾ, ਠੀਕ ਆ, ਡਰ ਨਹੀਂ ਹੈਗਾ, ਨਿਰਭੈ ਹੈਗੇ ਆਪਾਂ ਹਨਾ। ਆਪਣੇ ਅੰਦਰ એનર્ਜੀ ਦਾ ਵਸਾ ਹੈ ਪੂਰਾ ਆਕੜ, ਮਤਲਬ ਅੰਦਰ ਪੂਰਾ ਹੋਇਆ ਹੁੰਦਾ। ਤਾਂ ਉਹੀ ਗੱਲ ਹੁੰਦੀ ਆ ਵੀ ਮਾੜੇ ਟਾਈਮ ਦੇ ਵਿੱਚ ਉਹਨਾਂ ਨੇ ਕਿਹਾ, ਮਾੜੇ ਟਾਈਮ ਦੇ ਵਿੱਚ ਪਰਮਾਤਮਾ ਹੀ ਤੁਹਾਡਾ ਸਹਾਈ ਹੁੰਦਾ। ਉਹਨੂੰ ਇਸ ਤਰੀਕੇ ਨਾਲ ਦੱਸਿਆ ਸੀ, ਜਦੋਂ ਮਾੜਾ ਟਾਈਮ ਆਉਂਦਾ ਉਦੋਂ ਤੁਹਾਡਾ એનર્ਜੀ ਦਾ ਲੈਵਲ ਅਪ ਹੋਊਗਾ ਹਨਾ, ਤੁਹਾਡੇ ਅੰਦਰ ਕੌਨਫੀਡੈਂਸ ਹੋਊਗਾ, ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਹਨਾ। ਸਰੀਰਕ ਪੱਖੋਂ ਵੀ, ਜੁਝਾਰੂ ਪੱਖੋਂ ਵੀ ਹਨਾ, ਹਰ ਪੱਖੋਂ ਤੁਸੀਂ ਅਪ ਰਹਿ ਸਕਦੇ। ਜੇ ਤੁਹਾਡਾ એનર્ਜੀ ਦਾ ਲੈਵਲ ਡਾਊਨ ਆ ਤੇ ਮਾੜਾ ਟਾਈਮ ਆਉਂਦਾ, ਸਾਡਾ ਨਾਰਮਲੀ એનર્ਜੀ ਦਾ ਲੈਵਲ ਡਾਊਨ ਚਲੇ ਜਾਂਦਾ ਹਨਾ। ਤੇ ਜੋ ਉਹਦਾ એનર્ਜੀ ਦਾ ਲੈਵਲ ਡਾਊਨ ਚਲਿਆ, ਬੰਦਾ ਉਹੀ ਮਿਸਰ ਜਾਂਦਾ, ਮਤਲਬ ਉਹੀ ਢਹਿ ਹੋ ਜਾਂਦਾ। ਸੈਂਸ ਬਣਦੀ ਆ ਨਾ, ਪ੍ਰੈਕਟੀਕਲ ਬਿਲਕੁਲ ਕਲੀਅਰ ਸੈਂਸ ਬਣਦੀ ਆ ਵੀ ਜਦੋਂ એનર્ਜੀ ਦਾ ਵਾਸਾ ਅਪ ਹੁੰਦਾ ਵਾ, ਹੁੰਦਾ ਅਸੀਂ ਐ ਪੂਰਾ ਤੜ 'ਚ ਮਹਿਸੂਸ ਕਰਦੇ ਹਾਂ। ਇਹਦਾ ਮਤਲਬ ਕੀ ਆ, ਮਾੜਾ ਟਾਈਮ ਪੈਂਦਾ ਤਾਂ ਸਾਡਾ એનર્ਜੀ ਦਾ ਲੈਵਲ ਅਪ ਚਾਹੀਦਾ। ਉਹਨਾਂ ਨੇ ਦੱਸਿਆ ਵੀ ਸੀ ਕਿਵੇਂ ਚਾਹੀਦਾ। ਤਾਂ ਉਹਨਾਂ ਨੇ ਕਿਹਾ ਸੀ ਵੀ ਪਰਮਾਤਮਾ ਹਮੇਸ਼ਾ ਅੰਗ ਸੰਗ ਹੁੰਦਾ, ਅੰਗੀ ਸੰਗੀ ਹੁੰਦਾ ਵਾ, ਪਰਮਾਤਮਾ ਹੀ ਸਹਾਈ ਹੁੰਦਾ ਵਾ ਮਾੜੇ ਟਾਈਮ 'ਚ। ਤਾਂ ਹੀ ਉਹਨਾਂ ਨੇ ਕਿਹਾ ਸੀ ਮਾੜੇ ਟਾਈਮ 'ਚ ਕਿਹਨੇ ਸਹਾਈ ਬਣਨਾ, ਸਿਰਫ ਪਰਮਾਤਮਾ ਨਹੀਂ ਬਣਨਾ। ਪਰਮਾਤਮਾ ਇਕੁਅਲ ਟੂ એનર્ਜੀ। ਇਹਦਾ ਮਤਲਬ ਕੀ ਆ, ਮਾੜੇ ਟਾਈਮ ਦੇ ਵਿੱਚ એનર્ਜੀ ਨੇ ਹੀ ਤੁਹਾਡਾ ਸਹਾਈ ਬਣਨਾ। ਜੇ ਤੁਹਾਡਾ એનર્ਜੀ ਦਾ ਲੈਵਲ ਅਪ ਆ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ, ਜੇ ਤੁਹਾਡਾ એનર્ਜੀ ਦਾ ਲੈਵਲ ਡਾਊਨ ਆ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਤਾਂ ਤੁਸੀਂ ਇਸ ਤਰੀਕੇ ਨਾਲ ਮਤਲਬ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਤੁਸੀਂ ਮਾੜਾ ਜਿਹਾ ਥੋੜਾ ਮਤਲਬ ਇਸ ਪੁਆਇੰਟ ਆਫ ਵਿਊ ਨਾਲ ਸਮਝਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀਗਾ ਵੀ ਉਹ ਪਰਮਾਤਮਾ ਕੋਈ ਇਹੋ ਜਿਹੀ ਚੀਜ਼ ਨਹੀਂ ਹੋਣੀ ਚਾਹੀਦੀ ਜਿਹੜੀ ਸਾਡੇ ਸਮਝ ਹੀ ਨਾ ਆਵੇ ਹਨਾ। ਇਹਨੂੰ ਇਸ ਤਰੀਕੇ ਨਾਲ ਸਮਝ ਕੇ ਦੇਖਿਓ
ਫਿਰ ਉਹਨੂੰ ਹਰ ਅਲੱਗ ਤਰੀਕੇ ਦੱਸਿਆ, ਉਹ ਵੀ ਦੱਸੋ ਵੀ ਕਿਵੇਂ એનર્ਜੀ ਨੂੰ ਮਤਲਬ ਅਪ ਰੱਖਣ ਦੇ ਗੁਰੂਆਂ ਨੇ ਦੱਸਿਆ ਵੀ ਪਰਮਾਤਮਾ ਨੂੰ ਆਪਣਾ ਅੰਗ ਸੰਗ ਸਹਾਈ ਬਣਾ ਕੇ ਰੱਖਣਾ, ਵੀ ਉਹਨੂੰ ਹਮੇਸ਼ਾ ਆਪਣੇ ਆਪ ਨੂੰ એનર્ਜੈਟਿਕ ਮਹਿਸੂਸ ਕਿਵੇਂ ਕਰਨਾ, ਹਰ ਟਾਈਮ એનર્ਜੀ ਦਾ ਵਾਸਾ ਕਿਵੇਂ ਬਣਾ ਕੇ ਰੱਖਣਾ ਆਪਣੇ ਅੰਦਰ, ਵੀ ਤੁਹਾਡਾ ਹਮੇਸ਼ਾ ਚਿੱਤ ਜਿਹੜਾ ਵਾ ਖਿੜਿਆ ਰਹੇ, ਹਮੇਸ਼ਾ ਚੜ੍ਹਦੀ ਕਲਾ ਚ ਰਹੋ ਤੁਸੀਂ। ਉਹ ਤੁਹਾਨੂੰ ਦੱਸਿਆ ਜੀ, ਉਹ ਚੜ੍ਹਦੀ ਕਲਾ ਬੰਦੇ ਦਾ ਖਿੜਿਆ ਰਹਿਣਾ ਜਾਂ ਬੰਦਾ ਉਦੋਂ ਹੀ ਹੁੰਦਾ ਵਾ ਜਦੋਂ ਬੰਦੇ ਦੇ ਅੰਦਰ એનર્ਜੀ ਦਾ ਲੈਵਲ ਅਪ ਹੁੰਦਾ, ਹਨਾ। ਉਹਨਾਂ ਨੇ ਅਲੱਗ-ਅਲੱਗ ਵਿਧੀਆਂ ਦੱਸੀਆਂ, ਸਿਮਰਨ ਦੀ ਵਿਧੀ ਦੱਸੀ, ਉਹ ਵੀ ਦੱਸਾਂਗੇ ਕਿਵੇਂ ਵੀ ਆਪਣੇ ਆਪ ਨੂੰ ਕਿਵੇਂ ਦਿਮਾਗ ਦੇ ਵਿੱਚ ਕਿਵੇਂ ਸੋਚਣਾ ਵਾ ਕਿ ਤੁਹਾਡਾ એનર્ਜੀ ਦਾ ਲੈਵਲ ਅਪ ਹੋਵੇ। ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਗੁਰੂਆਂ ਨੇ ਫਿਰ ਗੁਰੂ ਗ੍ਰੰਥ ਸਾਹਿਬ 'ਚ ਐਕਸਪਲੇਨ ਕੀਤੀਆਂ ਹੋਈਆਂ ਨੇ ਵੀ ਤੁਸੀਂ ਜੇ ਤੁਹਾਡੇ ਕੋਲ ਭੋਜਨ ਨਹੀਂ ਹੈਗਾ ਹਨਾ, ਤੁਸੀਂ ਭੋਜਨ ਤੋਂ ਬਗੈਰ ਆਪਣਾ એનર્ਜੀ ਦਾ ਲੈਵਲ ਅਪ ਕਿਵੇਂ ਰੱਖ ਸਕਦੇ ਹੋ, ਅਲੱਗ-ਅਲੱਗ ਹਾਲਾਤਾਂ ਦੇ ਵਿੱਚ, ਮਾੜੇ ਹਾਲਾਤਾਂ ਦੇ ਵਿੱਚ, ਚੰਗੇ ਹਾਲਾਤਾਂ ਦੇ ਵਿੱਚ, ਹਰ ਹਾਲਾਤਾਂ ਦੇ ਵਿੱਚ ਤੁਸੀਂ એનર્ਜੀ ਦਾ ਲੈਵਲ ਅਪ ਕਿਵੇਂ ਰੱਖ ਸਕਦੇ ਹੋ, ਉਹਦੇ ਬਾਰੇ ਸਾਰੀ ਚੀਜ਼ਾਂ। એનર્ਜੀ ਇਕੁਅਲ ਟੂ ਪਰਮਾਤਮਾ, ਇਦਾਂ ਕਰਕੇ ਦੇਖਿਓ, ਇਹ ਚੀਜ਼ ਮੈਂ ਇਦਾਂ ਸਮਝ ਕੇ ਦੇਖਿਓ, ਫਿਰ ਦੇਖੋ ਤੁਹਾਡਾ ਦਿਮਾਗ ਖੁੱਲੂਗਾ। ਥੋੜੇ ਚਿਰ ਲਈ ਸਮਝ ਕੇ ਦੇਖਿਓ, ਇਸ ਤਰੀਕੇ ਨਾਲ ਸੋਚ ਕੇ ਦੇਖਿਓ, ਤੁਸੀਂ ਦੂਜੇ ਤਰੀਕੇ ਨਾਲ ਸੋਚ, ਇਸ ਤਰੀਕੇ ਨਾਲ ਸੋਚ ਕੇ ਦੇਖੋ, ਫਿਰ ਤੁਹਾਨੂੰ ਸਾਰੀਆਂ ਗੱਲਾਂ ਸਮਝ ਆਉਣਗੀਆਂ। ਸਤਿ ਸ਼੍ਰੀ ਅਕਾਲ।